सिद्धू मूसेवाले के कतलकांड की लगातार जी पुलिस वालों जांच की जा रही है तो उत्थे ही सिद्धू मूसेवाले के घर के CCTV बाहर की एक फोटो सामने आई है जिथे कि संदीप केकड़ा नाम का व्यक्ति है उसनूं पुलिस ने गिरफ्तार किया। टल साहब ਜਿਹੜੇ ਸਿੱਧੂ ਮੂਸੇਵਾਲੇ ਦੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਆ, ਇਹਨਾਂ ਦੀ ਜਾਂਚ ਪੜਤਾਲ ਤਾਂ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਸੀ। ਇਹ ਜਿਹੜਾ ਸੰਦੀਪ ਕੇਕੜਾ ਹੈ, ਇਹ ਕਹਿੰਦੇ ਕਈ ਅਪਰਾਧਾਂ ਦੇ ਵਿੱਚ ਸ਼ਾਮਲ ਹੈ। ਦੂਜਾ, ਇਹਦੇ ਮੂਸੇ ਪਿੰਡ ਦੇ ਵਿੱਚ ਰਿਸ਼ਤੇਦਾਰੀਆਂ ਜੋ ਚਰਚਾ ਦੇ ਵਿੱਚ ਗੱਲ ਆ ਰਹੀ ਹੈ, ਉਹ ਇਹ ਆ ਰਹੀ ਹੈ ਕਿ ਇਹਨੇ ਸੈਲਫੀ ਖਿਚਾਈ ਮੂਸੇਵਾਲੇ ਦੇ ਨਾਲ ਤੇ ਉਹ ਸੈਲਫੀ ਕਾਤਲਾਂ ਨੂੰ ਭੇਜਤੀ ਤਾਂ ਕਿ ਇਹ ਪਤਾ ਲੱਗ ਸਕੇ ਕਿ ਮੂਸੇਵਾਲੇ ਨੇ ਅੱਜ ਕਿਹੜੀ ਪੱਗ ਬੰਨੀ ਹੈ, ਕਿਹੜਾ ਟੀ-ਸ਼ਰਟ ਪਾਈ ਵੀ ਹੈ, ਉਹਦੀ ਪਛਾਣ ਹੋ ਸਕੇ। ਇਹ ਚਰਚਾ ਦੇ ਵਿੱਚ ਗੱਲ ਆਈ ਹੈ। ਹੁਣ ਕੱਲ 8 ਜੂਨ ਨੂੰ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਇਹ ਸਿੱਧੂ ਮੂਸੇਵਾਲੇ ਦੀ ਅੰਤਮ ਅਰਦਾਸ ਹੋਵੇਗੀ। ਪਰਿਵਾਰ ਵੱਲੋਂ ਪ੍ਰਬੰਧ ਵੱਡੇ ਕੀਤੇ ਜਾ ਰਹੇ ਨੇ। ਇਹਦੇ ਚੱਲਦੇ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਫੜਨ ਦੇ ਲਈ ਪੁਲਿਸ ਰਾਜਸਥਾਨ ਦੇ ਵਿੱਚ ਵੀ ਪਹੁੰਚ ਚੁੱਕੀ ਹੈ। SP ਰੈਂਕ ਅਧਿਕਾਰੀ ਉੱਥੇ ਗਏ ਨੇ। ਹੋ ਸਕਦਾ ਕੋਈ ਉਹਨਾਂ ਦੇ ਕੋਲ ਇਨਪੁਟ ਹੋਵੇ ਜਿਹਦੇ ਆਧਾਰ ਤੇ ਉਹ ਜਾਂਚ ਕਰਨ ਗਏ ਹੋਣ, ਪਰ ਜਿਨ੍ਹਾਂ ਵਿਅਕਤੀਆਂ ਦੀ ਗੱਲ ਕਰਦੇ ਆ ਕਿ ਉੱਥੇ ਠਹਿਰੇ ਸੀ, ਮੈਨੂੰ ਨਹੀਂ ਲੱਗਦਾ ਕਿ ਹੁਣ ਤੱਕ ਉੱਥੇ ਹੋਣਗੇ। ਇਹੋ ਜਿਹੇ ਲੋਕ ਇੱਕ ਦਿਨ ਬਾਅਦ ਜਾਂ ਘੰਟਿਆਂ ਬਾਅਦ ਹੀ ਆਪਣੇ ਟਿਕਾਣੇ ਬਦਲ ਲੈਂਦੇ ਨੇ। ਪੁਲਿਸ ਉੱਥੇ ਗੇੜਾ ਦੇ ਕੇ ਆਵੇਗੀ ਜਾਂ ਉਹਨਾਂ ਦੇ ਕੋਲ ਕੋਈ ਘੁੰਤਰ ਹੈ ਜਿਹਦੇ ਆਧਾਰ ਤੇ ਉਹ ਉੱਥੇ ਛਾਪੇਮਾਰੀ ਕਰਨ ਵਾਸਤੇ ਗਈ। ਇਸ ਦੇ ਚੱਲਦੇ ਹੀ ਵਕੀਲਾਂ ਦੇ ਜਿਹੜੇ ਇੱਕ ਪੈਨਲ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਅਸੀਂ ਉਹ ਮੁਕਤ ਕਰਾਂਗੇ ਜੀ। ਮਾਨਸਾ ਦੀ ਵਾਰ ਦੇ ਸਾਰੇ ਵਕੀਲ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਕੋਈ ਫੀਸ ਨਹੀਂ ਲੈਣਗੇ। ਉਹਨੂੰ ਬਕਾਇਦਾ ਤੌਰ ਦੇ ਉੱਤੇ ਮੁਕਤ ਰੂਪ ਦੇ ਵਿੱਚ ਲੜਿਆ ਜਾਵੇਗਾ। ਇਹ ਚੰਗੀ ਗੱਲ ਹੈ। ਦੂਜਾ, ਉਹਨਾਂ ਨੇ ਕਿਹਾ ਕਿ ਅਸੀਂ ਇਕੱਲਾ ਇਹ ਮੁਕਤੀ ਨਹੀਂ ਲੜਾਂਗੇ ਤੇ ਜਿਹੜਾ ਕਾਤਲ ਨੇ ਮਾਨਸਾ ਦੀ ਵਾਰ ਦਾ ਕੋਈ ਮੈਂਬਰ ਇਹਨਾਂ ਕਾਤਲਾਂ ਦਾ ਵਕੀਲ ਨਹੀਂ ਬਣੇਗਾ। ਇਹ ਵੀ ਉਹਨਾਂ ਨੇ ਗੱਲ ਬਤਾ ਪਾਇਆ ਹੈ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਉਹਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੰਗੂ ਸਾਹਿਬ, ਠੀਕ ਹੋ? ਵਧੀਆ ਜੀ ਵਧੀਆ। ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲੇ ਦੇ ਕਤਲਕਾਂਡ ਦੀ ਤਾਂ ਲਗਾਤਾਰ ਜਿਹੜੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਘਰ ਦੇ CCTV ਬਾਹਰ ਦੀ ਇੱਕ ਫੋਟੋ ਸਾਹਮਣੇ ਆਈ ਹੈ ਜਿੱਥੇ ਕਿ ਸੰਦੀਪ ਨਾਂ ਦਾ ਜਿਹੜਾ ਸੰਦੀਪ ਕੇਕੜਾ ਨਾਂ ਦਾ ਵਿਅਕਤੀ ਆ ਉਸਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਟਲ ਸਾਹਿਬ ਦੇਖੋ, ਇਹ ਮੇਰੇ ਖਿਆਲ ਇੰਨਾ ਚਿਰ ਲਾ ਕਿਉਂ ਦਿੱਤਾ ਪੁਲਿਸ ਨੇ? ਜਿਹੜੇ ਸਿੱਧੂ ਮੂਸੇਵਾਲੇ ਦੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਆ, ਇਹਨਾਂ ਦੀ ਜਾਂਚ ਪੜਤਾਲ ਤਾਂ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਕਿ ਉਸ ਵੇਲੇ ਕੌਣ ਹੋਇਆ, ਕੌਣ ਉੱਥੇ ਸੀ। ਇਹ ਜਿਹੜਾ ਸੰਦੀਪ ਕੇਕੜਾ ਹੈ, ਇਹ ਕਹਿੰਦੇ ਕਈ ਅਪਰਾਧਾਂ ਦੇ ਵਿੱਚ ਸ਼ਾਮਲ ਹੈ। ਦੂਜਾ, ਇਹਦੇ ਮੂਸੇ ਪਿੰਡ ਦੇ ਵਿੱਚ ਰਿਸ਼ਤੇਦਾਰੀਆਂ ਨੇ। ਜੋ ਚਰਚਾ ਦੇ ਵਿੱਚ ਗੱਲ ਆ ਰਹੀ ਹੈ, ਉਹ ਇਹ ਆ ਰਹੀ ਹੈ ਕਿ ਇਹਨੇ ਸੈਲਫੀ ਖਿਚਾਈ ਮੂਸੇਵਾਲੇ ਦੇ ਨਾਲ ਤੇ ਉਹ ਸੈਲਫੀ ਕਾਤਲਾਂ ਨੂੰ ਭੇਜਤੀ ਤਾਂ ਕਿ ਇਹ ਪਤਾ ਲੱਗ ਸਕੇ ਕਿ ਮੂਸੇਵਾਲੇ ਨੇ ਅੱਜ ਕਿਹੜੀ ਪੱਗ ਬੰਨੀ ਹੈ, ਕਿਹੜਾ ਟੀ-ਸ਼ਰਟ ਪਾਈ ਵੀ ਹੈ, ਉਹਦੀ ਪਛਾਣ ਹੋ ਸਕੇ। ਇਹ ਚਰਚਾ ਦੇ ਵਿੱਚ ਗੱਲ ਆਈ ਹੈ। ਜਿਹੜੇ 8 ਸ਼ਾਰਪ ਸ਼ੂਟਰਾਂ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ, ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦਾ ਨਾਂ ਆ ਜਗਰੂਪ ਸਿੰਘ ਰੂਪਾ। ਇਹ ਦੱਸਿਆ ਜਾ ਰਿਹਾ ਕਿ ਤਰਨਤਾਰਨ ਦੇ ਇਲਾਕੇ ਦੇ ਪਿੰਡ ਦਾ ਇੱਕ ਦਾ ਰਹਿਣ ਵਾਲਾ, ਜੌੜਾ ਪਿੰਡ ਦਾ। ਉਹਦੀ ਮਾਤਾ ਦਾ ਨਾਮ ਆ ਪਲਵਿੰਦਰ ਕੌਰ। ਉਹ ਜਿਹੜੀ ਪਲਵਿੰਦਰ ਕੌਰ ਹੈ, ਇਹਨਾਂ ਦੇ ਘਰ ਜਦੋਂ ਕੱਲ ਪੁਲਿਸ ਕਰਮਚਾਰੀ ਉੱਥੇ ਜਾ ਕੇ ਜਾਂਚ ਪੜਤਾਲ ਕਰਨ ਲੱਗੇ ਤਾਂ ਉਸ ਮਾਤਾ ਨੇ ਬਹੁਤ ਹੀ ਰੋ ਕੇ ਉਹਨਾਂ ਦੇ ਨਾਲ ਕੁਝ ਗੱਲਾਂ ਕੀਤੀਆਂ। ਉਹ ਕਹਿੰਦੀ, ਭਾਈ ਇਹ ਤੇ ਕਈ ਪਰਚੇ ਨੇ, ਅਸਲ ਵਿੱਚ ਸਾਨੂੰ ਤਾਂ ਤਪਾਇਆ ਪਿਆ ਸੀ ਇਹਨੇ ਤੇ ਕਦੇ ਆਇਆ ਨਹੀਂ। ਜੇ ਤੁਹਾਨੂੰ ਮਿਲੇ ਆਹ ਫੋਟੋ ਆ ਉਹਦੀ, ਜਿੱਥੇ ਟੱਕਰੇ ਗੋਲੀ ਮਾਰ ਦਿਓ। ਕੋਈ ਮਾਤਾ ਆਪਣੇ ਪੁੱਤਰ ਜਿਗਰ ਦੇ ਟੁੱਟੇ ਵਾਸਤੇ ਕਦੋਂ ਇਹੋ ਜਿਹੀ ਗੱਲ ਕਰਦੀ ਹੈ
ਇਹ ਗੱਲ ਉਦੋਂ ਕਰਦੀ ਹੈ ਜਦੋਂ ਬਹੁਤ ਅੱਕ ਚੁੱਕੀ ਹੋਵੇ, ਦੁਖੀ ਹੋਵੇ। ਉਹਨੇ ਦੱਸਿਆ ਕਿ ਅਸੀਂ ਤਾਂ ਬਹੁਤ ਸਾਲ ਪਹਿਲਾਂ ਹੀ ਇਹਨੂੰ ਬੇਦਖਲ ਕਰ ਚੁੱਕੇ ਹਾਂ, ਸਾਡੇ ਨਾਲ ਕਦੇ ਕੋਈ ਰਾਬਤਾ ਨਹੀਂ, ਨਾ ਕਦੇ ਆਇਆ ਹੈ। ਤੁਸੀਂ ਇੱਥੇ ਖੁਫੀਆ ਤੰਤਰ ਲਾ ਲਓ, ਜੇ ਆਇਆ ਮਿਲਿਆ ਤਾਂ ਗੇਟ ਵੜਨ ਨਾ ਦਿਓ, ਪਹਿਲਾਂ ਹੀ ਗੋਲੀ ਮਾਰ ਦਿਓ, ਸਾਨੂੰ ਕੋਈ ਅਫਸੋਸ ਨਹੀਂ ਹੋਵੇਗਾ ਇਹਦੇ ਤੇ। ਜਦੋਂ ਮਾਪੇ ਇਸ ਹੱਦ ਤੱਕ ਪਹੁੰਚ ਜਾਣ, ਅਸੀਂ ਇੱਥੇ ਸਿਆਸਤਾਂ ਕਰ ਰਹੇ ਹਾਂ ਤੇ ਕਦੇ ਅੱਜ ਤੱਕ ਮੈਂ ਅਕਸਰ ਕਹਿ ਰਿਹਾ, ਭਾਵੇਂ ਹੋਵੇ ਗੈਂਗਸਟਰ, ਖਾੜਕੂ ਜਾਂ ਨਕਸਲਵਾਦੀ, ਇਹ ਲੋਕ ਬਣੇ ਕਿਉਂ? ਇਹਨਾਂ ਦਾ ਪਿਛੋਕੜ ਕੀ ਸੀ? ਇਹ ਕਿਹੜੇ ਕੰਮ ਕਰਦੇ ਸੀ ਤੇ ਇਹਨਾਂ ਨੂੰ ਹੱਲਾਸ਼ੇਰੀ ਕਿਹਨੇ ਦਿੱਤੀ? ਅੱਗ ਲਾਈ ਡੱਬੂ ਕੰਧ ਤੇ ਜਿਹੜੇ ਇਹਨਾਂ ਨੂੰ ਹੱਲਾਸ਼ੇਰੀਆਂ ਦੇਣ ਵਾਲੇ ਸੀ ਉਹ ਵੱਡੀਆਂ ਵੱਡੀਆਂ ਗੱਡੀਆਂ ਕੁਰਸੀਆਂ ਤੇ ਬੈਠੇ ਨੇ। ਸੋ ਇਹ ਮਾਮਲੇ ਦੀ ਪੜਤਾਲ ਜ਼ਰੂਰੀ ਹੈ। ਪੜਤਾਲ ਤੋਂ ਬਾਅਦ ਘੱਟੋ ਘੱਟ ਲੋਕਾਂ ਦੇ ਇਹ ਤਾਂ ਪਤਾ ਲੱਗ ਜੇ ਕਿ ਇਹਨਾਂ ਨੂੰ ਪੈਦਾ ਕਿਹੜੇ ਭੱਦਰ ਪੁਰਸ਼ਾਂ ਨੇ ਕੀਤਾ ਤੇ ਜਿਨ੍ਹਾਂ ਦੇ ਨਕਾਬ ਚੜੇ ਹੋਏ ਨੇ, ਅਸਲ ਚਿਹਰੇ ਲੋਕਾਂ ਦੇ ਵਿੱਚ ਨਹੀਂ ਆ ਰਹੇ। ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਲਗਾਤਾਰ ਆਗੂਆਂ ਦਾ ਜਾਣਾ ਹੈ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਗਏ, ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ, ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਗੋਬਿੰਦ ਸਿੰਘ ਲੌਂਗੋਵਾਲ। ਇਸੇ ਤਰ੍ਹਾਂ ਇਹ ਵੀ ਪਤਾ ਲੱਗਿਆ ਕਿ ਉੱਥੇ ਬੀਬੀ ਪ੍ਰਨੀਤ ਕੌਰ, ਮੈਂਬਰ ਪਾਰਲੀਮੈਂਟ ਪਟਿਆਲਾ, ਸਾਬਕਾ ਕਾਂਗਰਸੀ ਨੇ, ਉਹ ਵੀ ਗਏ। ਤੇ ਲਗਾਤਾਰ ਲੋਕਾਂ ਦਾ ਆਉਣ ਜਾਣ ਬਣਿਆ ਹੋਇਆ ਹੈ। ਹੁਣ ਕੱਲ 8 ਜੂਨ ਨੂੰ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਇਹ ਸਿੱਧੂ ਮੂਸੇਵਾਲੇ ਦੀ ਅੰਤਮ ਅਰਦਾਸ ਹੋਵੇਗੀ। ਪਰਿਵਾਰ ਵੱਲੋਂ ਪ੍ਰਬੰਧ ਵੱਡੇ ਕੀਤੇ ਜਾ ਰਹੇ ਨੇ। ਇਹ ਵੀ ਚਰਚਾਵਾਂ ਨੇ ਕਿ ਕਈਆਂ ਨੇ ਲੰਗਰ ਵਾਸਤੇ ਪੈਸੇ ਵਗੈਰਾ ਇਕੱਠੇ ਕਰਨੇ। ਜੇ ਇਹ ਗੱਲ ਸੱਚੀ ਹੈ ਤਾਂ ਇਹ ਬਹੁਤ ਮੰਦਭਾਗਾ ਹੈ। ਉਹਦੇ ਆਪਦੇ ਯਾਰ ਦੋਸਤ ਹੀ ਇੰਨੇ ਨੇ ਤੇ ਉਹਦਾ ਦਾ ਪਰਿਵਾਰ ਹੀ ਇੰਨੇ ਜੋਗਾ ਹੈਗਾ ਕਿ ਉਹ ਲੰਗਰ ਲਾ ਸਕੇ। ਪਤਾ ਲੱਗਿਆ ਕਿ ਸ਼੍ਰੋਮਣੀ ਕਮੇਟੀ ਵੀ ਉੱਥੇ ਲੰਗਰ ਦੀ ਸੇਵਾ ਨਿਭਾਉਣ ਜਾ ਰਹੀ ਹੈ। ਚੰਗੀ ਗੱਲ ਹੈ। ਸ਼੍ਰੋਮਣੀ ਕਮੇਟੀ ਵੀ ਤਾਂ ਸਾਡੇ ਕੋਈ ਹੈ, ਸਾਡੇ ਲੋਕਾਂ ਵੱਲੋਂ ਚੜਾਇਆ ਜਾਂਦਾ ਚੜਾਵੇ ਕਰਦੇ ਨੇ, ਪੈਸੇ ਦੇ ਨਾਲ ਹੀ ਤੁਰਦੀ ਹੈ। ਤੇ ਜੇ ਉਹਨਾਂ ਨੇ ਵੀ ਇਹ ਭੂਮਿਕਾ ਨਿਭਾਈ ਹੈ, ਚੰਗੀ ਗੱਲ ਹੈ, ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਸੋ ਕੱਲ ਉਹਦੀ ਅੰਤਮ ਅਰਦਾਸ ਹੈ। ਕੱਲ ਉੱਥੇ ਸੋਨਮ ਬਾਜਵਾ, ਇਹ ਜਿਹੜਾ ਮੁੰਡਾ ਸਚਿਨ ਪਾਇਲਟ ਹੈ, ਸਮੇਤ ਬਹੁਤ ਸਾਰੇ ਆਗੂ ਭੋਗ ਤੇ ਗਏ ਸੀ। ਕਈ ਫਿਲਮੀ ਅਦਾਕਾਰ, ਕਲਾਕਾਰ, ਗਾਇਕ, ਇਹ ਸਾਰੇ ਬਾਰੋ ਬਾਰੀ ਜਾ ਰਹੇ ਨੇ। ਤੇ ਕੱਲ ਅੰਤਮ ਅਰਦਾਸ। ਹੁਣ ਸਰਕਾਰ ਇਹ ਸਾਰਾ ਕੁਝ ਕਰੇਗੀ ਜਾਂ ਨਹੀਂ ਕਰੇਗੀ, ਉਹਦੇ ਅਸਲੀ ਕਾਤਲ ਸਾਹਮਣੇ ਆਉਣਗੇ ਜਾਂ ਨਹੀਂ ਆਉਣਗੇ, ਜਾਂ ਪਰਿਵਾਰ ਦੀ ਟੇਕ ਫਿਰ ਕੇਂਦਰ ਦੀ ਕਿਸੇ ਜਾਂਚ ਏਜੰਸੀ ਤੇ ਨਿਰਭਰ ਰਹੇਗੀ। ਜੀ ਇਹਦੇ ਚੱਲਦੇ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਫੜਨ ਦੇ ਲਈ ਪੁਲਿਸ ਰਾਜਸਥਾਨ ਦੇ ਵਿੱਚ ਵੀ ਪਹੁੰਚ ਚੁੱਕੀ ਹੈ ਜੀ। ਇਹ ਮੈਨੂੰ ਤਾਜ਼ੀ ਗੱਲ ਪਤਾ ਲੱਗੀ ਹੈ। ਕੋਈ ਐਸਪੀ ਰੈਂਕ ਹੈ, ਧਰਮਵੀਰ ਨਾਂ ਆ ਉਹਨਾਂ ਦਾ, ਉਹ ਧੌਲਪੁਰ ਦੇ ਵਿੱਚ ਗਈ ਹੈ, ਜਿੱਥੇ ਕਹਿੰਦੇ 2 ਜਿਹੜੇ ਵਿਅਕਤੀ ਆ ਉੱਥੇ ਰਹੇ ਸੀ। ਹੋ ਸਕਦਾ ਉੱਥੋਂ ਕੋਈ ਨਾ ਕੋਈ ਨਵੀਂ ਇਨਪੁੱਟ ਇਹਨਾਂ ਨੂੰ ਮਿਲ ਜਾਵੇ। ਪਰ ਜਿਹੜੇ ਇਸ ਬਿਰਤੀ ਦੇ ਵਿਅਕਤੀ ਹੁੰਦੇ ਨੇ, ਸੁਖਬੀਰ ਜੀ, ਜਦੋਂ ਐਡਾ ਵੱਡਾ ਹਾਈ ਪ੍ਰੋਫਾਈਲ ਕੇਸ ਹੋਵੇ, ਚੱਪੇ ਚੱਪੇ ਤੇ ਪੁਲਿਸ ਕਾਰਵਾਈ ਕਰਦੀ ਪਈ ਹੋਵੇ, ਭਾਵੇਂ ਮੈਂ ਅਕਸਰ ਕਹਿੰਦਾ ਹੁੰਨਾ ਕਿ ਲਕੀਰਾਂ ਨਿਕਲਣ, ਸੱਪ ਨਿਕਲਣ ਤੋਂ ਬਾਅਦ ਲਕੀਰਾਂ ਨੂੰ ਸੋਟੇ ਮਾਰਦੇ ਆ ਇਹ। ਪਰ ਐਸਪੀ ਰੈਂਕ ਅਧਿਕਾਰੀ ਉੱਥੇ ਗਏ ਨੇ। ਹੋ ਸਕਦਾ ਕੋਈ ਉਹਨਾਂ ਦੇ ਕੋਲ ਇਨਪੁੱਟ ਹੋਵੇ ਜਿਹਦੇ ਆਧਾਰ ਤੇ ਉਹ ਜਾਂਚ ਕਰਨ ਗਏ ਹੋਣ। ਪਰ ਜਿਨ੍ਹਾਂ ਵਿਅਕਤੀਆਂ ਦੀ ਗੱਲ ਕਰਦੇ ਕਿ ਉੱਥੇ ਠਹਿਰੇ ਸੀ, ਮੈਨੂੰ ਨਹੀਂ ਲੱਗਦਾ ਕਿ ਹੁਣ ਤੱਕ ਉੱਥੇ ਹੋਣਗੇ। ਇਹੋ ਜਿਹੇ ਲੋਕ ਇੱਕ ਦਿਨ ਬਾਅਦ ਜਾਂ ਘੰਟਿਆਂ ਬਾਅਦ ਹੀ ਆਪਣੇ ਟਿਕਾਣੇ ਬਦਲ ਲੈਂਦੇ ਨੇ। ਪੁਲਿਸ ਉੱਥੇ ਗੇੜਾ ਦੇ ਕੇ ਆਵੇਗੀ ਜਾਂ ਉਹਨਾਂ ਦੇ ਕੋਲ ਕੋਈ ਘੁੰਤਰ ਹੈ ਜਿਹਦੇ ਆਧਾਰ ਤੇ ਉਹ ਉੱਥੇ ਛਾਪੇਮਾਰੀ ਕਰਨ ਵਾਸਤੇ ਗਈ ਹੈ। ਜੀ,
ਇਸ ਤੋਂ ਇਲਾਵਾ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸਿੱਧੂ ਮੂਸੇਵਾਲਾ ਦੇ ਘਰ ਜਿਹੜਾ ਦੁੱਖ ਦਾ ਪ੍ਰਗਟ ਕਰਨ ਲਈ ਪਹੁੰਚੇ ਨੇ। ਉਹ ਮੈਂ ਕਹਿ ਚੁੱਕਿਆ ਕਿ ਅੱਜ ਗਿਆਨੀ ਜੀ ਤੋਂ ਇਲਾਵਾ ਇਹ ਆਪਣੇ ਰਾਹੁਲ ਗਾਂਧੀ, ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਵਗੈਰਾ ਸਾਰੇ ਉੱਥੇ ਅੱਜ ਜਾ ਕੇ ਆਏ ਨੇ। ਗਿਆਨੀ ਜੀ ਸਭ ਤੋਂ ਪਹਿਲਾਂ ਸਵੇਰੇ ਸਵੇਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਚਲੇ ਗਏ ਸੀ ਜੀ। ਇਸ ਦੇ ਚੱਲਦੇ ਹੀ ਵਕੀਲਾਂ ਦੇ ਜਿਹੜੇ ਇੱਕ ਪੈਨਲ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਅਸੀਂ ਉਹ ਮੁਕਤ ਕਰਾਂਗੇ ਜੀ। 2 ਮਤੇ ਪਾਏ ਨੇ ਉਹਨਾਂ ਨੇ। ਪਹਿਲਾਂ ਉਹਨਾਂ ਨੇ ਕਿਹਾ, ਉਹਨਾਂ ਦੇ ਪ੍ਰਧਾਨ ਨੇ ਸਰਬਜੀਤ ਸਿੰਘ ਬਾਲੀਆ ਤੇ ਸਾਨੂੰ ਇੱਕ ਵਕੀਲ ਨੇ ਵਿਕਰਮ ਸਿੰਗਲਾ, ਇਹ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਡੇ ਪ੍ਰਧਾਨ ਸਰਬਜੀਤ ਸਿੰਘ ਬਾਲੀਆ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ। ਉਹ ਮੀਟਿੰਗ ਦੇ ਵਿੱਚ 2 ਮਤੇ ਪਾਏ ਗਏ। ਪਹਿਲਾ ਮਤਾ ਕਿ ਜਿਹੜਾ ਕੇਸ ਹੈ ਸਿੱਧੂ ਮੂਸੇਵਾਲੇ ਦਾ ਉਹ ਮਾਨਸਾ ਦੀ ਅਦਾਲਤ ਦੇ ਵਿੱਚ ਚੱਲੇਗਾ, ਮਾਨਸਾ ਦੀ ਸੈਸ਼ਨ ਅਦਾਲਤ ਦੇ ਵਿੱਚ। ਉਹ ਜ਼ਿਲ੍ਹਾ ਤੇ ਸੈਸ਼ਨ ਜੱਜ ਸਾਹਿਬ ਕਰਦੇ ਆ ਜਾਂ ਉਹ ਕਿਸੇ ਐਡੀਸ਼ਨਲ ਸੈਸ਼ਨ ਜੱਜ ਨੂੰ ਦਿੰਦੇ ਨੇ, ਇਹ ਉਹਨਾਂ ਤੇ ਨਿਰਭਰ ਹੈ। ਲੇਕਿਨ ਮਾਨਸਾ ਦੀ ਵਾਰ ਦੇ ਸਾਰੇ ਵਕੀਲ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਕੋਈ ਫੀਸ ਨਹੀਂ ਲੈਣਗੇ। ਉਹਨੂੰ ਬਕਾਇਦਾ ਤੌਰ ਦੇ ਉੱਤੇ ਮੁਕਤ ਰੂਪ ਦੇ ਵਿੱਚ ਲੜਿਆ ਜਾਵੇਗਾ। ਇਹ ਚੰਗੀ ਗੱਲ ਹੈ। ਦੂਜਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਕੱਲਾ ਇਹ ਮੁਕਤੀ ਨਹੀਂ ਲੜਾਂਗੇ ਤੇ ਜਿਹੜਾ ਕਾਤਲ ਨੇ ਮਾਨਸਾ ਦੀ ਬਾਰ ਦਾ ਕੋਈ ਮੈਂਬਰ ਇਹਨਾਂ ਕਾਤਲਾਂ ਦਾ ਵਕੀਲ ਨਹੀਂ ਬਣੇਗਾ। ਇਹ ਵੀ ਉਹਨਾਂ ਨੇ ਗੱਲ ਮਤਾ ਪਾਇਆ ਹੈ। ਮੈਂ ਬਾਲੀਆ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਪ੍ਰਸ਼ੰਸਾ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਇਹ ਕਦਮ ਮਨੁੱਖਤਾ ਦਾ ਕਦਮ ਹੈ। ਆਮ ਤੌਰ ਤੇ ਇਹ ਪ੍ਰੋਫੈਸ਼ਨਲ ਕੰਮ ਹੈ। ਜੇ ਕਿਸੇ ਨੂੰ ਕਹੀਏ ਤੁਸੀਂ ਫਲਾਣੇ ਦਾ ਕੇਸ ਲੜ ਰਹੇ ਹੋ, ਜੀ ਸਾਡਾ ਪ੍ਰੋਫੈਸ਼ਨ ਹੈ, ਕਿੱਤਾ ਹੈ ਸਾਡਾ, ਤੇ ਸਾਨੂੰ ਰੁਟਗੂ ਇਸੇ ਗੱਲ ਦੀ ਮਿਲਣੀ ਹੈ ਕਿ ਅਸੀਂ ਉਹ ਕੰਮ ਕਰੀਏ। ਪਰ ਜਿਹੜੇ 2 ਮਤੇ ਪਾਏ ਨੇ, ਮੂਸੇਵਾਲੇ ਦਾ ਮੁਕਤ, ਕਾਤਲਾਂ ਦਾ ਕੋਈ ਬੰਦਾ ਕੇਸ ਨਹੀਂ ਲੜੇਗਾ, ਇਹ ਸ਼ਲਾਘਾਯੋਗ ਕਦਮ ਹੈ। ਮੈਂ ਵਾਲੀਆ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਸ ਗੱਲ ਦੀ ਵਧਾਈ ਦਿੰਦਾ ਜੀ। ਇਸ ਤੋਂ ਇਲਾਵਾ ਇੱਕ ਗੱਲ ਕੀਤੀ ਜਾਵੇ, ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਜਿਹੜੇ ਸੰਗਤ ਸਿੰਘ ਗਿਲਜੀਆ ਨੇ ਉਹਨਾਂ ਉੱਪਰ ਵੀ ਜਿਹੜੀ FIR ਦਰਜ ਕੀਤੀ ਗਈ ਹੈ। ਦੇਖੋ, ਸੰਗਤ ਸਿੰਘ ਗਿਲਜੀਆ ਤਾਂ ਮੰਤਰੀ ਬਣਦੇ ਨੇ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ ਜੀ। ਪੁਰਾਣੇ ਕਾਂਗਰਸੀ ਨੇ। ਜੇ ਉਹਨਾਂ ਦੇ ਕੋਲੇ ਕੋਈ ਸਬੂਤ ਹੋਣਗੇ ਚੌਕਸੀ ਪੁਲਿਸ ਕੋਲੇ ਤਾਂ ਉਹਨਾਂ ਨੇ ਗਾਹਾਂ ਜਾ ਕੇ ਇਹ ਕਦਮ ਉਠਾਏ ਨੇ। ਇਹਦੇ ਵਿੱਚ ਕੀ ਆਊਟਪੁੱਟ ਆ ਉਹਨਾਂ ਕੋਲੇ, ਇਹ ਤਾਂ ਉਹੀ ਦੱਸ ਸਕਦੇ ਆ। ਲੇਕਿਨ ਜਿਹੜਾ ਇਹ ਮਾਮਲਾ ਉਠਾਇਆ ਗਿਆ, ਇਹ ਮਾਮਲਾ ਸੰਗੀਨ ਹੈ। ਕਹਿੰਦੇ ਜਿਹੜੇ ਇਹਦੇ ਵਿੱਚ ਦਰਖਤ ਵੱਢੇ ਗਏ, 25,000 ਤੋਂ ਵੱਧ ਦਰਖਤ, 500 ਰੁਪਏ ਦੀ ਕਮਿਸ਼ਨ ਮੰਤਰੀ ਜੀ ਕੋਲ ਜਾਂਦੀ ਸੀ। ਤੇ ਇਹ ਨੇਕ ਕਮਾਈ, ਕਥਿਤ ਨੇਕ ਕਮਾਈ ਕਰੋੜਾਂ 'ਚ ਬਣ ਜਾਂਦੀ ਹੈ। ਤੇ ਕਹਿੰਦੇ ਨਵੇਂ ਬੂਟੇ ਲਾਉਣ ਦੇ ਫਿਰ ਪੈਸੇ ਮੰਗੇ ਜਾਂਦੇ ਸੀ। ਤੇ ਜਦੋਂ ਬਾੜ ਖੇਤ ਖਾ ਲਵੇ, ਮਾਨਯੋਗ ਸਤਿਕਾਰਯੋਗ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਜੀਤ ਅਖਬਾਰ ਦੇ ਸਮਾਗਮ ਵਿੱਚ 2013 ਚ ਕਿਹਾ ਸੀ ਕਿ ਅਸੀਂ 7% ਸਾਡਾ ਇਲਾਕਾ ਹੈ ਜੰਗਲਾਤ ਦਾ, ਇਹਨੂੰ 13% ਕਰ ਦੇਵਾਂਗੇ। ਇਹ 13% ਵਾਲੀ ਗੱਲ ਤਾਂ ਨਾ ਹੋਈ। ਹੋਇਆ ਕੀ, ਇਹ ਘਟਦਾ 3 ਤੇ 67% ਰਹਿ ਗਿਆ। ਜਿਹੜਾ ਇਹਨਾਂ ਦੀ ਵੈਬਸਾਈਟ ਹੈ ਉਹ ਇਹ ਗੱਲ ਕਹਿੰਦੀ ਹੈ ਕਿ 6.1% ਹੈ ਜਿਹੜਾ ਸਰਵੇ ਕੀਤਾ ਗਿਆ ਕੇਂਦਰ ਸਰਕਾਰ ਨੇ। 21 ਚੋਂ ਕਹਿੰਦਾ 5.1 ਹੈ ਤੇ ਅਸਲ 3.67 ਹੈ। ਕਹਿੰਦੇ ਵੈਬਸਾਈਟ ਕਹਿੰਦੀ ਹੈ ਕਿ 3058 ਵਰਗ ਕਿਲੋਮੀਟਰ ਜੰਗਲਾਤ ਹੈ ਪੰਜਾਬ 'ਚ। ਸਰਵੇ ਰਿਪੋਰਟ ਕਹਿੰਦੀ ਹੈ ਕਿ ਨਹੀਂ 2530 ਵਰਗ ਕਿਲੋਮੀਟਰ ਹੈ।
ਤੇ ਅਸਲ ਰੂਪ 'ਚ ਕਿਹਾ ਜਾ ਰਿਹਾ 1846 ਹੈ ਤੇ ਜਿਹੜਾ 683 ਘਟ ਗਿਆ, ਇਹ ਕਿੱਧਰ ਗਿਆ ਅੰਕੜਾ, ਕਿਹਦੇ ਕੋਲੇ ਹੈ? ਇਹ ਰਸੂਖਦਾਰਾਂ ਨੇ ਦੱਬਿਆ ਵਾ। ਉਹਨਾਂ ਨੇ ਜੰਗਲਾਤ ਦਰਖਤਾਂ ਦੀ ਕਟਾਈ ਕਰਤੀ ਤੇ ਇਹੋ ਜਿਹੇ ਬੰਦਿਆਂ ਨੇ। ਉਧਰੋਂ ਸਾਡੇ ਸਾਬਕਾ ਵਜ਼ੀਰ ਹੈ ਤੇ ਰਾਜ ਸਭਾ ਦੇ ਮੈਂਬਰ ਆ ਸ਼ਮਸ਼ੇਰ ਸਿੰਘ ਦੂਲੋ ਸਾਹਿਬ, ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ। ਉਹ ਕਹਿੰਦੇ ਜਿਹੜਾ ਮਰਜ਼ੀ ਵਿਭਾਗ ਛੇੜ ਲਓ ਕੈਪਟਨ ਅਮਰਿੰਦਰ ਸਿੰਘ ਦਾ, ਸਾਰਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਘਪਲੇ ਹੋਏ ਨੇ। ਇਹ ਸਾਧੂ ਸਿੰਘ ਧਰਮ ਸੋਤ ਤੱਕ ਛੋਟੀ ਮੱਛੀ ਹੈ। ਪਹਿਲਾਂ ਇੱਕ ਅਨੁਸੂਚਿਤ ਜਾਤੀ ਵਰਗ ਦੇ ਵਿਅਕਤੀ ਨੂੰ ਚੱਕਿਆ ਗਿਆ ਤੇ ਜਿਹੜੇ ਕਈ ਹੋਰ ਨੇ ਜਿਨ੍ਹਾਂ ਦੇ ਨਾਂ ਸਾਰੇ ਲੋਕਾਂ ਨੂੰ ਪਤਾ ਨਹੀਂ ਵੀ ਕਿੰਨਾ ਕਿੰਨਾ ਉਹਨਾਂ ਨੇ ਗੋਲਮਾਲ ਕੀਤਾ। ਜੇ ਉਹਨਾਂ ਦੀ ਪੜਤਾਲ ਹੋ ਜਾਵੇ ਤਾਂ ਬਹੁਤ ਵੱਡੀ ਗੱਲ ਹੈ। ਇਸੇ ਮਾਮਲੇ ਦੇ ਵਿੱਚ ਸਾਡੇ ਸਾਬਕਾ ਮੰਤਰੀ ਨੇ ਸਰਦਾਰ ਪ੍ਰਗਟ ਸਿੰਘ, ਉਹ ਕਹਿੰਦੇ ਕਿ ਸਾਧੂ ਸਿੰਘ ਤੇ ਜਿਹੜੀ ਕਾਰਵਾਈ ਕੀਤੀ ਹੈ ਠੀਕ ਹੈ, ਜੇ ਭ੍ਰਿਸ਼ਟਾਚਾਰ ਕੀਤਾ ਫੜੋ, ਪਰ ਭਗਵੰਤ ਸਾਰ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਫੜਨ 'ਚ ਹੁਣ ਤੱਕ ਨਾਕਾਮ ਰਹੀ ਹੈ। ਇਸ ਕਰਕੇ ਉਹਨਾਂ ਨੇ ਇਹ ਧਿਆਨ ਬਦਲਣ ਵਾਸਤੇ ਅੱਜ ਇਹ ਕਾਰਵਾਈ ਕੀਤੀ ਹੈ। ਕੋਈ ਚੈਨਲ ਵਾਲਾ ਕਹਿੰਦਾ ਕਿ ਰਾਹੁਲ ਗਾਂਧੀ ਦੀ ਕਿਤੇ ਖਬਰ ਵੱਡੀ ਨਾ ਬਣ ਜਾਵੇ ਸਿੱਧੂ ਮੂਸੇਵਾਲੇ ਦੀ ਜਾਨ ਨਾਲ, ਇਹ ਤਾਂ ਕੀਤਾ ਹੈ। ਕੋਈ ਮਾੜਾ ਮੋਟਾ ਆਪਾਂ ਛੱਡ ਦਈਏ, ਕੋਈ ਸ਼ਰਮ ਕਰ ਲਈਏ ਕਿ ਸਾਨੂੰ ਖਬਰਾਂ ਦਾ ਲੱਗਿਆ ਪਿਆ ਕਿ ਸੁਰਖੀਆਂ ਬਣਨਗੀਆਂ ਤੇ ਜਿਸ ਘਰ ਦਾ 28 ਸਾਲਾਂ ਦਾ ਮੁੰਡਾ ਜਿਹਦੇ ਅਜੇ ਸਿਹਰੇ ਵੀ ਨਹੀਂ ਸੀ ਬੰਨੇ ਤੇ ਉਹਦੇ ਜੂੜਾ ਕਰਕੇ ਮਾਤਾ ਉਹਦੀ ਲੋਥ ਨੂੰ ਸਿਹਰੇ ਬੰਨ੍ਹਦੀ ਹੈ। ਕੋਈ ਮਾੜਾ ਮੋਟਾ ਅਸੀਂ ਕਦਰਾਂ ਕੀਮਤਾਂ ਵਾਲੇ ਪਾਸੇ ਵੀ ਜਾਈਏ, ਸਾਡੇ ਵੀ ਕੋਈ ਫਰਜ਼ ਨਹੀਂ। ਸੋ ਮੈਂ ਸਮਝਦਾ ਕਿ ਜਿੱਡੀ ਪੱਧੀ ਪੱਧਰ ਤੇ ਉੱਤੇ ਅੰਤਰਰਾਸ਼ਟਰੀ ਪੱਧਰ ਤੋਂ ਲੋਕ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਹੇ ਨੇ, ਮੈਨੂੰ ਨਹੀਂ ਲੱਗਦਾ ਕੋਈ ਬਿਰਲਾ ਹੀ ਹੋਵੇਗਾ। ਜਦੋਂ 6 ਦਸੰਬਰ 1988 ਦੇ ਵਿੱਚ ਵਰਿੰਦਰ ਹੋਰਾਂ ਦੀ ਮੌਤ ਹੋਈ ਸੀ, ਜਿਹੜੇ ਫਿਲਮੀ ਅਦਾਕਾਰ ਸੀ, ਲੋਕ ਰੋਏ ਸੀ। ਤੇ ਜਦੋਂ 8 ਮਾਰਚ 1988 ਨੂੰ ਅਮਰ ਸਿੰਘ ਚਮਕੀਲਾ ਤੇ ਉਹਦੀ ਸਹਿ ਗਾਇਕ ਅਮਰਜੋਤ ਦਾ ਕਤਲ ਹੋਇਆ ਸੀ, ਉਦੋਂ ਵੀ ਲੋਕਾਂ ਦੀਆਂ ਅੱਖਾਂ ਨਮ ਸੀ, ਹੰਝੂ ਆਏ ਸੀ। ਜਿਵੇਂ ਅੱਜ ਸਿੱਧੂ ਮੂਸੇਵਾਲਾ ਲੋਕਾਂ ਦਾ ਚਹੇਤਾ ਗਾਇਕ ਅਮਰ ਸਿੰਘ ਚਮਕੀਲਾ ਵੀ ਕਿਸੇ ਤੋਂ ਘੱਟ ਨਹੀਂ ਸੀ। 1988 ਦਾ ਮਰਿਆ 34 ਸਾਲ ਹੋ ਗਏ, ਅੱਜ ਵੀ ਅਮਰ ਸਿੰਘ ਚਮਕੀਲਾ ਅਮਰ ਹੈ ਤੇ ਉਹਦੇ ਗਾਣੇ ਆ ਜਿਹੜੇ ਉਦੋਂ ਵੱਧ ਵਿਕਦੇ ਆ। HMV ਕੰਪਨੀ ਦੇ ਮਾਲਕ ਕਹਿੰਦੇ ਆ ਕਿ ਜਦੋਂ ਕੋਈ ਘਾਟਾ ਜਾਂ ਮਹਿਸੂਸ ਹੋਵੇ ਅਸੀਂ ਗਾਣਿਆਂ ਨੂੰ ਬਦਲ ਕੇ ਪੇਸ਼ ਕਰ ਦਿੰਦੇ ਆ, ਤੇ ਅੱਜ ਵੀ ਚਮਕੀਲਾ ਉਨਾ ਹੀ ਚੱਲਦਾ ਹੈ ਤੇ ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਚੱਲਿਆ ਕਰੇਗਾ। ਇਹ ਲੋਕ ਅਮਰ ਹੋ ਜਾਂਦੇ ਨੇ ਤੇ ਜਿਨ੍ਹਾਂ ਲੋਕਾਂ ਨੇ ਇਹ ਕਾਰਾ ਕੀਤਾ ਹੈ ਮੁੜ ਕੇ ਅੱਖਾਂ 'ਚ ਹੱਥ ਦੇ ਰੋਇਆ ਵੀ ਕਰਦੇ ਨੇ, ਕਿਆ ਕੀ ਕਰਤਾ ਜੀ। ਇਸ ਤੋਂ ਇਲਾਵਾ ਇੱਕ ਗੱਲ ਕੀਤੀ ਜਾਵੇ ਸੰਗਰੂਰ ਜਿਮਨੀ ਚੋਣ ਦੀ, ਤਾਂ ਸੰਗਰੂਰ ਜਿਮਨੀ ਚੋਣ ਨੇੜੇ ਆ ਰਹੀ ਹੈ ਤੇ ਸੰਗਰੂਰ ਤੋਂ ਜਿਹੜਾ ਅਕਾਲੀ ਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਆ ਜਿਹੜੀ ਕਮਲਦੀਪ ਕੌਰ, ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਤੇ ਉੱਥੇ ਹੀ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, ਉਹ ਵੀ ਉਮੀਦਵਾਰ ਨੇ ਤੇ ਜਿਸ ਨੂੰ ਲੈ ਕੇ ਹੁਣ ਰਾਜੋਆਣਾ ਨੇ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਦੀ ਭੈਣ ਦਾ ਸਾਥ ਦੇਣ ਜੀ। ਦੇਖੋ, ਬਲਵੰਤ ਸਿੰਘ ਰਾਜੋਆਣਾ ਨੇ ਜੋ ਕਿਹਾ ਮੈਂ ਉਹਦਾ ਸਤਿਕਾਰ ਕਰਦਾ, ਕਦਰ ਕਰਦਾ ਵੀ ਠੀਕ ਹੈ, ਉਹਨਾਂ ਨੇ ਇੱਕ ਅਪੀਲ ਕੀਤੀ ਹੈ, ਉਹਨਾਂ ਨੂੰ ਕਰਨੀ ਵੀ ਚਾਹੀਦੀ ਹੈ। ਪਰ ਰਾਜੋਆਣਾ ਸਾਹਿਬ ਨੂੰ ਜਿੱਦਣ ਉਹਨਾਂ ਦੀ ਭੈਣ ਪੁੱਛਣ ਗਈ ਸੀ ਕਿ ਮੈਂ ਚੋਣ ਲੜ ਲਾਂ ਕਿ ਨਾ ਲੜ ਲਾਂ, ਰਾਜੋਆਣਾ ਸਾਹਿਬ ਦੀ ਭੈਣ ਚੋਣ ਲੜ ਰਹੀ ਹੈ ਇੱਕ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਤੇ। ਇਹ ਵਿਚਾਰ ਪਹਿਲਾਂ ਕਰਨਾ ਚਾਹੀਦਾ ਸੀ। ਇਹ ਚਿੱਠੀ ਉਹਦੇ ਚੋਣ ਕਾਗਜ਼ ਭਰਨ ਤੋਂ ਪਹਿਲਾਂ ਲਿਖਣੀ ਚਾਹੀਦੀ ਸੀ ਮਾਨ ਸਾਹਿਬ ਨੂੰ ਕਿ ਤੁਸੀਂ ਨਾ ਲੜੋ, ਉਹਨੂੰ ਸਾਂਝਾ ਉਮੀਦਵਾਰ ਬਣਾਇਆ ਜਾਂਦਾ, ਨਾ ਉਹਦੇ ਵਿੱਚ ਮਾਨ ਸਾਹਿਬ ਦਾ ਚੋਣ ਨਿਸ਼ਾਨ ਗੱਡਾ, ਨਾ ਇਸ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੁੰਦਾ ਤੇ ਨਾ ਹੀ ਕਿਸੇ ਹੋਰ ਪਾਰਟੀ ਦਾ। ਉਹਨੂੰ ਸਾਂਝੇ ਰੂਪ 'ਚ ਕੀਤਾ ਜਾਂਦਾ ਤਾਂ ਵੱਖਰੀ ਗੱਲ ਸੀ। ਮਾਨ ਸਾਹਿਬ ਕਹਿੰਦੇ ਆ ਕਿ ਮੈਂ ਬੰਦੀ ਸਿੰਘ ਹਾਂ
ਮੈਂ ਬਹੁਤ ਜੇਲਾਂ ਕੱਟੀਆਂ, ਤਸੀਹੇ ਝੱਲੇ ਨੇ, ਤੇ ਤੁਸੀਂ ਤਾਂ ਇੱਕ ਉਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਹੋ ਜਿਨ੍ਹਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਜਿਨ੍ਹਾਂ ਦੇ ਰਾਜ ਦੇ ਵਿੱਚ 1978 ਚ ਅੰਮ੍ਰਿਤਸਰ ਦਾ ਕਾਂਡ ਵਾਪਰਿਆ, 13 ਸਿੰਘ ਸ਼ਹੀਦ ਹੋਏ, ਜਿਨ੍ਹਾਂ ਵੇਲੇ 80 ਤੋਂ ਵੱਧ ਨਕਸਲਾਈਟ ਨੌਜਵਾਨਾਂ ਦਾ ਕਤਲ ਹੋਇਆ, ਨੂੰ ਮਾਰਿਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਦੋ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਮਾ, ਉਹਨਾਂ ਦਾ ਕਤਲ ਹੁੰਦਾ ਹੈ, ਉਹਨਾਂ ਤੇ ਗੋਲੀ ਚੱਲਦੀ ਹੈ ਪੁਲਿਸ ਦੀ, ਅਣਪਛਾਤੀ ਪੁਲਿਸ ਦੀ। ਉਹ ਅੱਜ ਵੀ ਮੰਗ ਕਰ ਰਹੇ ਨੇ 2015 ਦੀ ਘਟਨਾ 7 ਸਾਲ ਬੀਤ ਜਾਣ, ਇੱਕ ਤਾਂ ਪੰਥਕ ਖਵਾਉਣ ਵਾਲੀ ਸਰਕਾਰ ਦੇ ਵੇਲੇ ਹੋਇਆ ਹੋਵੇ ਤੇ ਦੂਜਾ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੱਕੇ। ਤੇ ਅੱਜ 7 ਸਾਲ ਬੀਤਣ ਦੇ ਬਾਅਦ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਹੋਇਆ, ਨਾ ਉਹ 2 ਗੋਲੀਆਂ ਨਾਲ ਉਡਾਏ ਗਏ ਲੋਕਾਂ ਦਾ। ਮੇਰਾ ਖਿਆਲ ਕਿ ਇੱਕ ਪਾਰਟੀ ਦੀ ਚੋਣ ਲੜਨ ਦੀ ਥਾਂ ਤੇ ਰਾਜੋਆਣਾ ਸਾਹਿਬ ਆਪਣੀ ਭੈਣ ਨੂੰ ਸਾਂਝੇ ਰੂਪ ਦੇ ਵਿੱਚ ਖੜਾ ਕਰਦੇ ਤੇ ਹੋ ਸਕਦਾ ਉਸ ਵੇਲੇ ਮਾਨ ਸਾਹਿਬ ਵੀ ਸ਼ਾਇਦ ਮੰਨ ਜਾਂਦੇ। ਮਾਨ ਸਾਹਿਬ ਨੇ ਆਪਣੀ ਗੱਲ ਕਰਤੀ, ਕਿਉਂਕਿ ਹੁਣ ਉਹ ਇੱਕ ਰਾਜਨੀਤਿਕ ਪਾਰਟੀ ਵੱਲੋਂ ਚੋਣ ਲੜ ਰਹੀ ਹੈ, ਅਕਾਲੀ ਦਲ ਬਾਦਲ ਵੱਲੋਂ। ਉਹਦੇ ਵਿੱਚ ਕਿਸੇ ਨੇ, ਮੈਨੂੰ ਨਹੀਂ ਲੱਗਦਾ ਕਿ ਮਾਨ ਸਾਹਿਬ ਉਹਨਾਂ ਦੀ ਚਿੱਠੀ ਦਾ ਉਹਨੂੰ ਤਵੱਜੋ ਦੇਣਗੇ। ਜੀ, ਇਸ ਤੋਂ ਇਲਾਵਾ ਇੱਕ ਗੱਲ ਕੀਤੀ ਜਾਵੇ ਸਰਕਾਰੀ ਬੱਸਾਂ ਦੀ। ਸਰਕਾਰੀ ਬੱਸਾਂ ਹੁਣ ਦਿੱਲੀ ਏਅਰਪੋਰਟ ਤੱਕ ਜਾਣਗੀਆਂ, ਜਿਸ ਦਾ ਕਿਰਾਇਆ ਵੀ ਜਿਹੜਾ ਤੈਅ ਕਰ ਦਿੱਤਾ ਗਿਆ ਜੀ। ਬੜੇ ਲੰਬੇ ਸਮੇਂ ਤੋਂ ਇਹ ਮੰਗ ਚੱਲੀ ਆਉਂਦੀ ਆ ਰਹੀ ਸੀ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ, ਪਿਛਲੀ ਸਰਕਾਰ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਣਾਤਾ ਟਰਾਂਸਪੋਰਟ ਮੰਤਰੀ। ਉਹ ਮਿਲਣ ਵਾਸਤੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਘਰ ਚਲੇ ਗਏ ਤੇ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਆਏ ਵੀ ਸੀ। ਉਹ ਰਾਤੇ ਰਾਤ ਅੰਮ੍ਰਿਤਸਰ ਆ ਗਏ ਕਿ ਤੁਸੀਂ ਸਾਡੀਆਂ ਬੱਸਾਂ ਕਿਉਂ ਨਹੀਂ ਚੱਲਣ ਦਿੰਦੇ ਸਰਕਾਰੀ, ਪੰਜਾਬ ਰੋਡਵੇਜ਼, PRTC, ਪਣ ਬੱਸ, ਸਾਡੀਆਂ ਵੋਲਵੋ ਬੱਸਾਂ ਨੂੰ ਆਗਿਆ ਦਿਓ। ਤੇ ਇੱਕ ਨਿੱਜੀ ਘਰਾਣੇ ਦੀਆਂ ਬੱਸਾਂ ਉੱਥੇ ਦੰਦ ਆਉਂਦੀਆਂ ਤੁਰੀਆਂ ਫਿਰਦੀਆਂ ਨੇ ਤੇ ਲੋਕਾਂ ਦੀਆਂ ਜੇਬ ਵੀ ਕੱਟਦੀਆਂ ਨੇ, ਕਿਉਂਕਿ 2500 ਰੁਪਇਆ ਲੈਂਦੇ ਨੇ ਉਹ ਕਿਰਾਇਆ। ਤੇ ਸਿਸੋਦੀਆ ਸਾਹਿਬ ਇਹਨਾਂ ਦੇ ਡਿਪਟੀ ਮੁੱਖ ਮੰਤਰੀ ਨੇ, ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਰਾਜਸਥਾਨ ਦੀਆਂ ਇੰਨੀਆਂ ਬੱਸਾਂ ਦਾ ਚਲਾਨ ਕਰਤਾ, ਹਰਿਆਣੇ ਦੀ ਇੰਨਾ ਕਰਤਾ, ਯੂਪੀ ਦਾ ਇੰਨਾ। ਕੋ ਕਹਿੰਦੇ ਜੀ ਇਹ ਦੱਸੋ ਵੀ ਸਰਕਾਰੀ ਬੱਸਾਂ ਇੰਦਰਾ ਗਾਂਧੀ ਹਵਾਈ ਅੱਡੇ ਤੇ ਕਿਉਂ ਨਹੀਂ ਜਾਂਦੀਆਂ? ਉਹਨੇ ਫਿਰ ਉਸ ਗੱਲ ਤੇ ਹੀ ਨਹੀਂ ਆਏ। ਹੁਣ ਜਦੋਂ ਪੰਜਾਬ ਦੇ ਵਿੱਚ ਵੀ ਸਰਕਾਰ ਬਣ ਗਈ, ਇਹਨਾਂ ਦੇ ਇਹ ਗਲੇ ਦੀ ਹੱਡੀ ਬਣ ਗਈ ਔਰ ਇਹਨਾਂ ਨੂੰ ਇਹ ਫੈਸਲਾ ਕਰਨਾ ਪਿਆ। ਐਡਾ ਲੰਬਾ ਸਮਾਂ ਕਿਉਂ ਨਹੀਂ ਕੀਤਾ? ਇਹਦਾ ਜਵਾਬ ਜਾਂ ਤਾਂ ਦੇਣ ਪੰਜਾਬ ਦਾ ਟਰਾਂਸਪੋਰਟ ਮੰਤਰੀ, ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਦੇਣ, ਜਾਂ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇਵੇ ਕਿ ਇੰਨਾ ਚਿਰ ਕਿਉਂ ਨਾ ਹੋਇਆ। ਸੋ ਚਲੋ, ਦੇਰ ਆਏ ਦਰੁਸਤ ਆਏ। ਹੁਣ 15 ਜੂਨ ਨੂੰ ਜਲੰਧਰ ਬੱਸ ਅੱਡੇ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਹਰੀ ਝੰਡੀ ਦੇ ਕੇ ਇਸ ਜਿਹੜੀ ਵੋਲਵੋ ਬੱਸ ਹੈ, PRTC, ਪੰਜਾਬ ਰੋਡਵੇਜ਼ ਜਿਹੜੀ ਵੀ ਹੈ, ਉਹਨੂੰ ਦਿੱਲੀ ਇੰਦਰਾ ਗਾਂਧੀ ਹਵਾਈ ਅੱਡੇ ਵਾਸਤੇ ਰਵਾਨਾ ਕਰਨਗੇ। ਉਹ ਦੱਸਿਆ ਕਿ ਕੋਈ ਥਾਂ ਨਿਰਧਾਰਿਤ ਕਰਤੀ ਹੈ ਕਿ ਉੱਥੋਂ ਤੱਕ ਇਹ ਬੱਸ ਜਾਏਗੀ। ਉਸ ਤੋਂ ਅੱਗੇ ਏਅਰਪੋਰਟ ਅਥਾਰਟੀ ਦੀ ਬੱਸ ਵਿਅਕਤੀਆਂ ਨੂੰ ਆਪਣੀ ਬੱਸ ਦੇ ਵਿੱਚ ਲੈ ਕੇ ਜਾਇਆ ਕਰੇਗੀ, ਜਿਹਦਾ ਕੋਈ ਕਿਰਾਇਆ ਨਹੀਂ ਹੋਵੇਗਾ। ਚੰਗੀ ਗੱਲ ਹੈ। ਵੈਸੇ ਤਾਂ ਇਹ ਹੈ ਕਿ ਜੇ ਇਹ ਬੱਸ ਅੱਡੇ ਤੱਕ, ਹਵਾਈ ਅੱਡੇ ਤੱਕ ਹੀ ਚੱਲ ਜਾਵੇ, ਉਹਦੇ ਵਿੱਚ ਕੀ ਅੜਚਨ ਹੈ, ਉਹ ਇਹ ਦੋਵੇਂ ਸਰਕਾਰਾਂ ਆਪਸ ਵਿੱਚ ਮਿਲ ਕੇ ਦੇਖ ਲੈਣ। ਪਰ ਇਹ ਜਿਹੜਾ ਕਦਮ ਉਠਾਇਆ ਜਾ ਰਿਹਾ ਹੈ, ਇਹ ਚੰਗਾ ਕਦਮ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਨਿੱਜੀ ਘਰਾਣੇ ਦੀ ਬੱਸ ਸੀ ਉਹ 2500 ਰੁਪਇਆ ਲੈਂਦੀ ਸੀ, ਇਸ ਬੱਸ ਦਾ ਕਿਰਾਇਆ 1150 ਰੁਪਏ, ਅੱਧ ਤੋਂ ਵੀ ਘੱਟ ਨਿਰਧਾਰਿਤ ਕਰ ਦਿੱਤਾ ਗਿਆ। ਭਾਵ ਜਿਹੜਾ ਕੋਈ ਬੰਦਾ ਉਸ ਤੇ ਜਾਵੇਗਾ ਉਹ ਨਿੱਜੀ ਘਰਾਣੇ ਦਾ ਇੱਕ ਪਾਸਾ ਤੇ ਸਰਕਾਰੀ ਬੱਸ ਦਾ ਦੋਨੇ ਪਾਸਿਆਂ ਦਾ ਕਿਰਾਇਆ ਉਸ ਤੋਂ ਘੱਟ ਹੈ। 1150 ਤੇ 1150 2300 ਰੁਪਇਆ, 200 ਰੁਪਇਆ ਚਾਹ ਪਾਣੀ ਦਾ ਵੀ ਬਚ ਜਾਇਆ ਕਰੇਗਾ। ਜੀ।
ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ, ਤਾਂ ਉਹਨਾਂ ਨੂੰ ਪੀਜੀਆਈ ਦੇ ਵਿੱਚ ਜਿਹੜਾ ਉਹ ਭਰਤੀ ਕਰਵਾਇਆ ਗਿਆ ਜੀ। ਸਾਬਕਾ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ 95 ਸਾਲਾਂ ਨੂੰ ਪਾਰ ਕਰ ਚੁੱਕੇ ਨੇ। ਉਹ ਬਜ਼ੁਰਗ ਹੋਣ ਦੇ ਨਾਤੇ ਸਾਡੇ ਸਾਰਿਆਂ ਲਈ ਸਤਿਕਾਰਯੋਗ ਨੇ। ਵਿਚਾਰਧਾਰਕ ਮਤਭੇਦ ਸਾਡੇ ਭਾਵੇਂ ਜਿੰਨੇ ਮਰਜ਼ੀ ਹੋਣ, ਕਈ ਗੱਲਾਂ ਤੇ ਉਹਨਾਂ ਦੀਆਂ ਨੀਤੀਆਂ ਦੇ ਵਖਰੇਵੇਂ ਵੀ ਸਾਡੇ ਨਾਲ ਹੈਗੇ ਨੇ, ਅਸੀਂ ਮੰਨਦੇ ਨਹੀਂ, ਪਰ ਇੱਕ ਬਜ਼ੁਰਗ ਸਿਆਸਤਦਾਨ ਦੇ ਹੋਣ ਦੇ ਨਾਤੇ ਉਮਰ ਦੇ ਵਿੱਚ ਸਿਆਸੀ ਲੋਕਾਂ ਦੇ ਵਿੱਚ ਮੇਰੇ ਖਿਆਲ ਬਾਦਲ ਸਭ ਤੋਂ ਵੱਡੀ ਉਮਰ ਦਾ ਕੋਈ ਹੋਰ ਨਹੀਂ। ਉਹਨਾਂ ਦੀ ਸਿਹਤ ਨਾਸਾਜ਼ ਹੋਈ ਹੈ, ਜਿਹਦੇ ਕਰਕੇ ਉਹਨਾਂ ਨੂੰ ਪੀਜੀਆਈ ਦਾਖਲ ਕਰਾਉਣਾ ਪਿਆ। ਕੱਲ੍ਹ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਵੀ ਲਿਵਰ ਖਰਾਬ ਹੋ ਗਿਆ, ਉਹਨਾਂ ਨੂੰ ਵੀ ਪੀਜੀਆਈ ਲਿਜਾਇਆ ਗਿਆ, ਤੇ ਜਿਹੜਾ ਬਾਦਲ ਸਾਹਿਬ ਨੂੰ ਉੱਥੇ ਲਿਜਾਇਆ ਗਿਆ, ਅਸੀਂ ਤਾਂ ਕਾਮਨਾ ਹੀ ਕਰ ਸਕਦੇ ਹਾਂ ਕਿ ਉਹ ਜਲਦੀ ਸਿਹਤਯਾਬ ਹੋਣ ਤੇ ਲੰਬੀ ਉਮਰ ਪ੍ਰਾਪਤ ਕਰਨ। ਇਹ ਸਾਰਾ ਕੁਝ ਪਰਮਾਤਮਾ ਦੇ ਹੱਥ 'ਚ ਹੈ, ਕਿਸ ਬੰਦੇ ਨੂੰ ਕਿੰਨੀ ਉਮਰ ਦੇਣੀ। ਜੀ ਧੰਨਵਾਦ ਜੀ। ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖਰੇ ਮੁੱਦੇ ਤੇ ਚਰਚਾ ਕੀਤੀ ਹੈ। ਹੁਣ ਦੇਖਣਾ ਹੋਊਗਾ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਅਸਲ ਕਾਤਲ ਨੇ, ਪੁਲਿਸ ਉਹਨਾਂ ਤੱਕ ਪਹੁੰਚਣ ਲਈ ਹੋਰ ਕਿੰਨਾ ਸਮਾਂ ਲਗਾਏਗੀ, ਕਿਉਂਕਿ ਕੱਲ੍ਹ ਨੂੰ ਸਿੱਧੂ ਮੂਸੇਵਾਲਾ ਦੀ ਜਿਹੜੀ ਅੰਤਿਮ ਅਰਦਾਸ ਆ, ਜਿਹੜਾ ਉਹਨਾਂ ਦਾ ਭੋਗ ਵੀ ਪੈਣ ਜਾ ਰਿਹਾ, ਪਰ ਪੁਲਿਸ ਦੇ ਹੱਥ ਹਾਲੇ ਤੱਕ ਖਾਲੀ ਨੇ ਤੇ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਊਗਾ ਪੁਲਿਸ ਕਿੰਨੇ ਸਮੇਂ ਦੇ ਵਿੱਚ ਜਿਹੜਾ ਇਨਸਾਫ ਦਿਵਾਉਂਦੀ ਹੈ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।